ਸਤਿ ਸ਼੍ਰੀ ਅਕਾਲ ਜੀ। ਮੈਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਕਾਫੀ ਸਮੇਂ ਬਾਅਦ ਖਾਸਾ ਟਾਈਮ ਹੋ ਗਿਆ ਵੀ ਮੈਂ ਰੂਬਰੂ ਹੋ ਰਿਹਾ। ਮੈਂ ਜਦੋਂ ਵੀ ਕੋਈ ਗੱਲ ਕਰਨ ਆਉਣਾ ਉਹਦੀ ਕੋਈ ਵਜ੍ਹਾ ਹੁੰਦੀ ਆ। ਅੱਜ ਦੀ ਵਜ੍ਹਾ ਇਹ ਆ ਵੀ ਜਦੋਂ ਅਸੀਂ ਇਸ ਸਮਾਜ 'ਚ ਵਿਚਰਦੇ ਆ ਉਸ ਟਾਈਮ ਸਾਡੇ ਕੋਲੇ ਦੋ ਤਰ੍ਹਾਂ ਦੀ ਚੋਇਸ ਹੁੰਦੀ ਆ, ਦੋ ਤਰ੍ਹਾਂ ਦੀ ਅਸੀਂ ਇਹ ਗੱਲ ਸਮਝ ਸਕਦੇ ਆ ਵੀ ਜਾਂ ਤਾਂ ਸਮਾਜ 'ਚ ਅਸੀਂ ਇਸ ਤਰ੍ਹਾਂ ਵਿਚਰੀਏ ਵੀ ਇੱਕ ਜਾਗਰੂਕ ਇਨਸਾਨ ਦੀ ਤਰ੍ਹਾਂ ਜਾਂ ਇੱਕ ਜਾਗਰੂਕ ਬੰਦੇ ਦੀ ਤਰ੍ਹਾਂ ਵਿਚਰਿਆ ਜਾਵੇ, ਕਿਉਂਕਿ ਜੋ ਕੁਝ ਗਲਤ ਹੋ ਰਿਹਾ ਉਹਦੇ ਖਿਲਾਫ ਉੱਠ ਕੇ ਅਸੀਂ ਆਪਦੀ ਆਵਾਜ਼ ਉਠਾਈਏ, ਜਾਂ ਫਿਰ ਇੱਕ ਜਿਉਂਦੀ ਜਾਗਦੀ ਲਾਸ਼ ਦੀ ਤਰ੍ਹਾਂ ਵਿਚਰੀਏ। ਜੋ ਕੁਝ ਹੋਈ ਜਾਂਦਾ ਸਾਨੂੰ ਕੋਈ ਮਤਲਬ ਨਹੀਂ ਆ, ਆਪਦਾ ਤੋਰੀ ਫੁਲਕਾ ਵਧੀਆ ਚੱਲੀ ਜਾਂਦਾ। ਸੋ ਇਹ ਸਾਡੀ ਚੋਇਸ ਆ ਅਸੀਂ ਕਿਸ ਤਰ੍ਹਾਂ ਵਿਚਰਨਾ। ਪਰ ਮੈਨੂੰ ਐਂ ਲੱਗਦਾ ਵੀ ਸਾਨੂੰ, ਜੇ ਅਸੀਂ ਇਨਸਾਨ ਆ ਜਾਂ ਕੋਈ ਵੀ ਇਨਸਾਨ ਆ, ਉਹਨੂੰ ਚੇਤਨ ਹੋਣਾ, ਉਹਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ ਤੇ ਉਸੇ ਤਰ੍ਹਾਂ ਵਿਚਰਨਾ ਬਹੁਤ ਜ਼ਰੂਰੀ ਆ। ਨਹੀਂ ਤਾਂ ਇਨਸਾਨ ਤੇ ਜਾਨਵਰ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਅੱਜ ਜਿਹੜੀ ਮੈਂ ਗੱਲ ਕਰਨੀ ਚਾਹਣਾ ਉਹ ਬੜੀ ਖਾਸ ਗੱਲ ਆ। ਉਹ ਇਸ ਕਰਕੇ ਆ ਕਿਉਂਕਿ ਮੈਂ ਪਿਛਲੇ ਕੁਝ ਦਿਨਾਂ 'ਚ ਇਹ ਗੱਲ ਨੋਟਿਸ ਕੀਤੀ ਆ ਵੀ ਪੰਜਾਬ ਦੀ ਧਰਤੀ, ਸਾਡੀ ਜਿਹੜੀ ਜ਼ਮੀਨ ਆ, ਸਾਡੀ ਹਵਾ, ਸਾਡਾ ਪਾਣੀ, ਇਹਨਾਂ ਦੀ ਜਿਹੜੀ ਲੁੱਟ ਖਸੁੱਟ ਆ ਉਹ ਲਗਾਤਾਰ ਨਿਰੰਤਰ ਹੁੰਦੀ ਆ ਰਹੀ ਆ ਤੇ ਹੁਣ ਵੀ ਹੋ ਰਹੀ ਆ। ਤੇ ਅਸੀਂ ਇਸ ਗੱਲ ਨੂੰ ਹਜੇ ਤੱਕ ਸਮਝ ਹੀ ਨਹੀਂ ਪਾ ਰਹੇ ਇਹ ਕਿਵੇਂ ਹੋ ਰਹੀ ਆ, ਜਾਂ ਸਾਡੇ ਲੋਕਾਂ ਦੀ, ਸਾਡੀ ਕੌਮ ਦੀ ਜਿਹੜੀ ਲੁੱਟ ਖਸੁੱਟ ਆ ਉਹ ਨਹੀਂ ਬੰਦ ਹੋ ਰਹੀ। ਇਹ ਸਮਝਣੀ ਬਹੁਤ ਜ਼ਰੂਰੀ ਆ ਸਾਡੇ ਸਾਰਿਆਂ ਵਾਸਤੇ। ਤੁਸੀਂ ਇਹ ਦੇਖੋ, ਆਪਾਂ ਗ੍ਰੀਨ ਰੈਵੋਲੂਸ਼ਨ ਤੋਂ ਸ਼ੁਰੂ ਕਰੀਏ ਵੀ ਪੰਜਾਬ ਦੀ ਧਰਤੀ ਨੂੰ, ਸਾਡੀਆਂ ਜ਼ਮੀਨਾਂ ਨੂੰ ਕਿਸ ਤਰ੍ਹਾਂ ਕੰਟੈਮੀਨੇਟਡ ਕੀਤਾ ਜਾਂਦਾ, ਦੂਸ਼ਿਤ ਕੀਤਾ ਜਾਂਦਾ। ਉਹਨਾਂ 'ਚ ਕੈਮੀਕਲਸ ਦੀ ਵਰਤੋਂ ਸਾਨੂੰ ਕਰਨੀ ਸਿਖਾਈ। ਉੱਥੇ ਨਵੇਂ ਤਰ੍ਹਾਂ ਦੇ ਬੀਜ ਸਾਨੂੰ ਫਲਾਂ ਐਗਰੀਕਲਚਰ ਯੂਨੀਵਰਸਿਟੀ ਨੂੰ ਸਥਾਪਿਤ ਕਰਕੇ ਉੱਥੋਂ ਦੇ ਵਿਗਿਆਨੀਆਂ ਨੇ ਦਿੱਤੇ ਤੇ ਉਹਨੂੰ ਅਸੀਂ ਵਿਕਾਸ ਮੰਨਦੇ ਰਹੇ। ਪਰ ਉਹਦਾ ਸਿੱਟਾ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਆ, ਕਿਉਂਕਿ ਸਾਡੀ ਜ਼ਮੀਨ ਹੀ ਨਹੀਂ, ਸਾਡਾ ਪਾਣੀ ਵੀ ਦੂਸ਼ਿਤ ਹੋ ਚੁੱਕਾ। ਔਰ ਰਹਿੰਦਾ ਖੁੰਦਾ ਜਿਹੜੇ ਸਾਡੇ ਦਰਿਆ ਸੀ ਉਹਦੇ ਕੰਢਿਆਂ ਤੇ ਕਾਰਖਾਨੇ ਲਾ ਕੇ ਤੇ ਉਹਨਾਂ ਦਰਿਆਵਾਂ ਦੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ ਗਿਆ। ਉਹ ਪੀਣ ਯੋਗ ਰਿਹਾ ਹੀ ਨਹੀਂ। ਸਾਡੀਆਂ ਨਹਿਰਾਂ ਦਾ ਪਾਣੀ ਹੋਵੇ, ਸੂਇਆਂ ਦਾ ਪਾਣੀ ਹੋਵੇ ਜਾਂ ਸਾਡੇ ਦਰਿਆਵਾਂ ਦਾ ਪਾਣੀ ਹੋਵੇ, ਇਹ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਆ। ਸੋ ਇਹ ਗੱਲ ਇਸ ਕਰਕੇ ਮੈਂ ਕਰ ਰਿਹਾ। ਤੁਸੀਂ ਦੇਖ ਲਓ, ਸਤਲੁਜ ਦਰਿਆ 'ਚ ਕਿਸੇ ਟਾਈਮ ਬੁੱਢਾ ਦਰਿਆ ਆ ਕੇ ਪੈਂਦਾ ਸੀ, ਉਹ ਅੱਜ ਬੁੱਢਾ ਨਾਲਾ ਹੋ ਚੁੱਕਿਆ ਤੇ ਉਹ ਇੰਨਾ ਕੁ ਗੰਦਾ ਵੀ ਤੁਸੀਂ, ਜੇ ਕਿਸੇ ਨੇ ਉਹ ਦੇਖਿਆ ਹੋਊਗਾ ਤਾਂ ਉਸ ਗੱਲ ਨੂੰ ਆਪਦੀਆਂ ਨਜ਼ਰਾਂ ਨਾਲ ਤੇ ਆਪਦੇ ਜ਼ਿਹਨ 'ਚ ਉਤਾਰਨਾ ਸਾਡੇ ਲਈ ਬਹੁਤ ਔਖਾ। ਅਗਲੀ ਗੱਲ ਆ ਜਿਹੜੀ, ਸਾਡੇ ਬਠਿੰਡੇ ਵਾਲਾ ਥਰਮਲ ਪਲਾਂਟ ਹੋਵੇ। ਤੁਸੀਂ ਇਹ ਦੇਖੋ, ਜਦੋਂ ਥਰਮਲ ਬਣਨਾ ਸੀ, ਇਹ ਗੱਲ ਉਹਨਾਂ ਵੇਲਿਆਂ 'ਚ, ਉਸ ਵੇਲੇ 'ਚ ਜਾ ਕੇ ਸੋਚੋ ਜਦੋਂ ਕਿਸਾਨ ਲਈ ਜ਼ਮੀਨ ਸਭ ਕੁਝ ਹੁੰਦੀ ਸੀ। ਅੱਜ ਤਾਂ ਮੇਰੇ ਖਿਆਲ 'ਚ ਕਿਸਾਨ ਦਾ ਰਿਸ਼ਤਾ ਜ਼ਮੀਨ ਨਾਲ ਓਨਾ ਗੂੜਾ ਨਹੀਂ ਬਚਿਆ ਹੋਣਾ, ਕਿਉਂਕਿ ਇਹਨਾਂ ਨੇ ਖੋਲੇ ਰਿਸ਼ਤੇ। ਸੋ ਉਸ ਵੇਲੇ ਉੱਥੇ ਜ਼ਮੀਨ ਅਕਵਾਇਰ ਕੀਤੀ ਗਈ ਤੇ ਥਰਮਲ ਬਣਾਇਆ ਗਿਆ। ਅੱਜ ਇਹਨਾਂ ਦੇ ਸਰਕਾਰਾਂ ਦੇ ਅਨੁਕੂਲ ਨਹੀਂ ਰਿਹਾ ਉਹ, ਤੇ ਅੱਜ ਉਸ ਥਰਮਲ ਨੂੰ ਤੋੜ ਕੇ ਉੱਥੇ ਹੁਣ ਕੋਈ ਨਵੇਂ ਵਿਕਾਸ ਜਾਂ ਮਨੋਰੰਜਨ ਦੇ ਸਾਧਨਾਂ ਦੇ ਜਿਹੜੇ ਤੁਸੀਂ ਕਹਿ ਲਿਓ ਵੀ ਉਹ ਸਾਰਾ ਏਰੀਆ ਡਿਵੈਲਪ ਕੀਤਾ ਜਾਊਗਾ ਤੇ ਇਹਨੂੰ ਇਹ ਵਿਕਾਸ ਕਹਿੰਦੇ ਆ। ਸੋ ਅਗਲਾ ਵਿਕਾਸ ਜਿਹੜਾ ਹੋਣ ਜਾ ਰਿਹਾ ਉਹ ਸਾਡਾ ਲੁਧਿਆਣੇ ਆਪਣਾ ਮੱਤੇਵਾਲ ਜੰਗਲ ਆ ਜਿਹੜਾ, ਉਹਨੂੰ ਕੱਟ ਕੇ ਤੇ ਉੱਥੇ ਇੱਕ ਜਿਹੜਾ ਸਨਅਤੀ, ਤੁਸੀਂ ਇਹ ਕਹਿ ਲਓ ਵੀ ਉਹ ਪੂਰਾ ਏਰੀਏ 'ਚ ਇੱਕ ਸਨਅਤ, ਇੱਕ ਉਦਯੋਗ ਜਾਂ ਇੰਡਸਟਰੀਅਲ ਬੈਲਟ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਇਹ ਸਾਰਾ ਵਿਕਾਸ, ਉੱਥੇ ਦਰਖਤ ਵੱਢੇ ਜਾਣਗੇ, ਉੱਥੋਂ ਦੇ ਜਿਹੜੇ ਪੰਛੀ ਆ, ਉੱਥੇ ਹੋਰ ਜਿਹੜੀਆਂ ਕੋਈ ਛੋਟੇ ਮੋਟੇ ਜਾਨਵਰ ਵਸਦੇ ਆ, ਉਹਨਾਂ ਸਾਰਿਆਂ ਨੂੰ ਉਜਾੜਿਆ ਜਾਊਗਾ। ਇਹ ਜਿਹੜਾ ਇਕੋਲੋਜੀਕਲ ਲਿਟਰੇਸੀ ਆ, ਇਹ ਤਾਂ ਜ਼ੀਰੋ ਆ ਨਾ ਸਾਡੇ ਹੁਕਮਰਾਨਾਂ 'ਚ, ਜਾਂ ਉਹ ਅਫਸਰ ਸਾਹਿਬਾਨ ਆ ਜਿਹੜੇ ਬੈਠੇ ਆ ਉਹਨਾਂ 'ਚ। ਇਕੋਲੋਜੀਕਲ ਲਿਟਰੇਸੀ, ਇਹਨਾਂ ਨੂੰ ਪਤਾ ਹੀ ਨਹੀਂ ਵੀ ਇਸ ਸਾਰੇ ਵਰਤਾਰੇ ਨੂੰ, ਇਸ ਬਣਤਰ ਨੂੰ, ਇਸ ਨੇਚਰ ਦੀ, ਇਸ ਸ੍ਰਿਸ਼ਟੀ ਦੀ ਬਣਤਰ ਨੂੰ ਕਾਇਮ ਕਿਵੇਂ ਰੱਖਿਆ ਜਾਣਾ ਚਾਹੀਦਾ। ਕਿਉਂਕਿ ਇਹ ਸਿਰਫ ਇਹਨਾਂ 'ਚ ਹਿਰਸ ਆ, ਜਿਹੜੀ ਲਾਲਚ ਆ, ਉਹ ਸਿਰਫ ਆਪਦੇ ਆਪ ਨੂੰ, ਆਪਦੇ ਮਕਸਦ,
ਆਪਦੇ ਜਿਹੜੇ ਨਿੱਜੀ ਸਵਾਰਥ ਆ ਇਹਨਾਂ ਨੇ ਉਸ ਚੀਜ਼ ਨੂੰ ਹੀ ਦੇਖਣਾ। ਤੇ ਇਹ ਜਿਹੜੀ ਵਿਕਾਸ ਸਾਨੂੰ ਪਰਿਭਾਸ਼ਾ ਦੇ ਕੇ ਜਾਂਦੇ ਆ, ਉਹ ਵਿਕਾਸ ਦੀ ਜਿਹੜੀ ਫਾਊਂਡੇਸ਼ਨ ਆ ਉਹ ਖੜੀ ਹੁੰਦੀ ਆ ਉਜਾੜ ਤੇ। ਇਹਨਾਂ ਨੇ ਕਿਸੇ ਨਾ ਕਿਸੇ ਕਮਿਊਨਿਟੀ ਨੂੰ, ਕੋਈ ਪਿੰਡ ਹੋਵੇ, ਕੋਈ ਕਸਬਾ ਹੋਵੇ, ਕੋਈ ਖਾਸ ਤਰ੍ਹਾਂ ਦੇ ਲੋਕ ਹੋਣ, ਉਸ ਚੀਜ਼ ਨੂੰ ਉਜਾੜ ਕੇ, ਜਾਂ ਨੇਚਰ ਹੋਵੇ, ਪੰਛੀ ਹੋਣ, ਪਸ਼ੂ ਹੋਣ, ਉਸ ਚੀਜ਼ ਨੂੰ ਉਜਾੜ ਕੇ ਉੱਥੇ ਚੀਜ਼ਾਂ ਬਣਾਉਣੀਆਂ ਤੇ ਉਹਨੂੰ ਵਿਕਾਸ ਦੀ ਪਰਿਭਾਸ਼ਾ ਦੇਣੀ ਆ। ਹੌਲੀ ਹੌਲੀ ਅਸੀਂ ਸ਼ੁਰੂ 'ਚ ਇਸ ਗੱਲ ਤੇ ਉੱਠ ਕੇ ਵਿਰੋਧ ਕਰਦੇ ਆ, ਬੋਲਦੇ ਆ, ਪਰ ਹੌਲੀ ਹੌਲੀ ਸਾਨੂੰ ਵੀ ਇਸ ਗੱਲ ਦੀ ਆਦਤ ਪੈ ਜਾਂਦੀ ਆ। ਸਾਨੂੰ ਐਂ ਲੱਗਦਾ ਵੀ ਆਹੀ ਵਿਕਾਸ ਆ, ਇਹੀ ਆਧੁਨਿਕ ਜਾਂ ਗਲੋਬਲਾਈਜੇਸ਼ਨ ਆ। ਪਰ ਤੁਸੀਂ ਇਹ ਦੇਖ ਲਓ, ਜਿਹੜੀ ਗਲੋਬਲਾਈਜੇਸ਼ਨ ਸਾਡੇ ਸਾਹਮਣੇ ਪ੍ਰੈਜ਼ੈਂਟ ਕੀਤੀ ਜਾਂਦੀ ਆ, ਉਹਦੀਆਂ ਜਿਹੜੀਆਂ ਜੜ੍ਹਾਂ, ਉਹਦੀ ਫਾਊਂਡੇਸ਼ਨ ਆ, ਉਹ ਕਿਸੇ ਨਾ ਕਿਸੇ ਉਜਾੜ 'ਚ, ਕਿਸੇ ਨਾ ਕਿਸੇ ਜ਼ੁਲਮ 'ਚ, ਜਾਂ ਕਿਸੇ ਨਾ ਕਿਸੇ ਜਿਹੜੀ ਇਹਨਾਂ ਦੀ ਨਿੱਜੀ ਸਵਾਰਥ ਆ ਉਸ 'ਚ ਖੜੀਆਂ ਹੁੰਦੀਆਂ। ਹੁਣ ਮੱਤੇਵਾਲ ਜੰਗਲ ਦੀ ਉਦਾਹਰਨ ਮੈਂ ਤੁਹਾਨੂੰ ਦਿੰਨਾ। ਬੜਾ ਵਿਰੋਧ ਹੋਇਆ ਪੰਜਾਬ 'ਚ। ਜਿਹੜੇ ਸਾਡੇ এনवायरमेंटलिस्ट ਸੀ ਉਹਨਾਂ ਨੇ ਕਿਹਾ ਵੀ ਨਹੀਂ ਹੋਣਾ ਚਾਹੀਦਾ, ਅਸੀਂ ਇਸ ਦੇ ਵਿਰੋਧ 'ਚ ਆਪਦੀ ਆਵਾਜ਼ ਉਠਾਵਾਂਗੇ। ਇੱਕ ਦਿਨ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਸਾਹਿਬ ਆ ਕੇ ਇਹ ਬਿਆਨ ਦਿੰਦੇ ਆ ਵੀ ਉੱਥੇ ਇੱਕ ਵੀ ਰੁੱਖ ਨਹੀਂ ਕੱਟਿਆ ਜਾਊਗਾ। ਜਿਹੜੀ ਉਹਨਾਂ ਨੇ ਕੋਈ ਜ਼ਮੀਨ 3000 ਜਾਂ 4000 ਜਿਹੜਾ ਏਕੜ ਆ ਉਹ ਐਕਵਾਇਰ ਕਰਨੀ ਆ, ਉਸ ਲਈ ਜੇ ਇੱਕ ਵੀ ਰੁੱਖ ਨਹੀਂ ਕੱਟਿਆ ਜਾਊਗਾ ਤਾਂ ਇਹ ਮੈਂ ਤੁਹਾਨੂੰ ਗਾਰੰਟੀ ਦਿੰਨਾ, ਅੱਛਾ ਇੱਥੇ ਬੈਠਾ ਹੀ ਗਾਰੰਟੀ ਦਿੰਨਾ ਵੀ ਇਹ ਪੋਸੀਬਲ ਹੀ ਨਹੀਂ ਆ ਵੀ ਉੱਥੇ ਕਿਸੇ ਸਨਅਤ ਦਾ ਵਿਕਾਸ ਕਰ ਦੇਣ ਜਾਂ ਉੱਥੇ ਬਿਨਾਂ ਕਿਸੇ ਰੁੱਖ ਕੱਟਿਓ ਇਹ ਉੱਥੇ ਪੂਰਾ ਜਿਹੜਾ ਇੰਡਸਟਰੀਅਲ ਬੈਲਟ ਸਥਾਪਿਤ ਕਰ ਦੇਣ। ਤੇ ਨਾਲ ਉਹਦੇ ਸਤਲੁਜ ਦਰਿਆ ਵਗਦਾ, ਮਾਲਵੇ ਦੀ ਜਿਹੜੀ ਕੈਂਸਰ ਦੀ ਜਾਂ ਹੋਰ ਚਮੜੀ ਦੇ ਰੋਗ ਆ, ਜਿਹੜੀ ਪ੍ਰੋਬਲਮ ਆ, ਉਹ ਹੈ ਹੀ ਇਹ, ਕਿਉਂਕਿ ਪਾਣੀਆਂ ਨੂੰ, ਦਰਿਆਵਾਂ ਦੇ ਪਾਣੀਆਂ ਨੂੰ ਦੂਸ਼ਿਤ ਕਰ ਦਿੱਤਾ ਗਿਆ ਤੇ ਉੱਥੇ ਜਿਹੜਾ ਪਾਣੀ ਜਾਂਦਾ ਲੈਂਡ ਕੰਟੈਮੀਨੇਟਡ, ਅਸੀਂ ਆਪ ਰੇਹਾਂ ਸਪਰੇਆਂ ਪਾ ਤੇ ਕਰਤੀ। ਹੁਣ ਜਿਹੜੇ ਰਹਿੰਦ ਖੂੰਹਦ ਸੀ ਉਹ ਦਰਿਆਵਾਂ ਦੇ ਪਾਣੀਆਂ ਨੂੰ ਵੀ ਦੂਸ਼ਿਤ ਕਰਤਾ ਤੇ ਲੱਖਾਂ ਲੋਕਾਂ ਨੂੰ ਕੈਂਸਰ ਹੋ ਰਿਹਾ, ਪਰ ਸਾਨੂੰ ਹਜੇ ਤੱਕ ਅਸੀਂ ਉਹਦੀ ਜੜ ਤੇ ਨਹੀਂ ਪਹੁੰਚ ਸਕਦੇ। ਤੇ ਉਸ ਤੋਂ ਬਾਅਦ ਉਹ ਕਹਿੰਦੇ ਦੇਖੋ ਦਰਿਆ ਨੂੰ ਵੀ ਪ੍ਰੋਟੈਕਟ ਕਰਨ ਵਾਸਤੇ 6 ਲੇਨ ਹਾਈਵੇ ਬਣਾਇਆ ਜਾਊਗਾ, ਜੋ ਕਿ ਉਸ ਇੰਡਸਟਰੀਅਲ ਬੈਲਟ ਨੂੰ ਤੇ ਇਸ ਰਿਵਰ ਨੂੰ, ਸਤਲੁਜ ਰਿਵਰ ਨੂੰ, ਉਹਦੇ ਵਿੱਚ ਵੰਡ ਪਾਊਗਾ। ਇਹ ਤੁਹਾਨੂੰ ਤੇ ਮੈਨੂੰ ਵੀ ਪਤਾ, ਜੇ ਹਜੇ ਤੱਕ ਵੀ ਅਸੀਂ ਨਹੀਂ ਜਾਗਦੇ ਵੀ ਪੁਰਾਣੀਆਂ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਆ ਸਾਡੇ ਨਾਲ, ਜਾਂ ਪੁਰਾਣੀਆਂ ਜਿਹੜੀਆਂ ਸਾਡੇ ਸਾਹਮਣੇ ਉਦਾਹਰਨਾਂ ਪਈਆਂ, ਉੱਥੋਂ ਨਹੀਂ ਸਿੱਖਦੇ ਵੀ ਇਹ ਕਦੇ ਵੀ ਇਸ ਲੈਵਲ ਦੀ ਪਲੈਨਿੰਗ ਇਹਨਾਂ ਕੋਲੇ ਨਹੀਂ ਹੁੰਦੀ, ਕਦੇ ਵੀ ਉਸ ਲੈਵਲ ਦੀ ਪਲੈਨਿੰਗ ਕਰਕੇ ਨਹੀਂ ਇਹ ਚੱਲਦੇ ਵੀ ਜਿਹੜੇ ਨੇਚਰ ਦੇ ਜਾਂ ਕੁਦਰਤ ਦੇ ਸੋਮੇ ਆ ਉਹਨੂੰ ਬਰਕਰਾਰ ਰੱਖਿਆ ਜਾਵੇ ਤੇ ਉਸ ਜਿਹੜਾ ਰੂਲ ਆਫ ਨੇਚਰ ਆ ਉਹਦੀ ਉਲੰਘਣਾ ਨਾ ਕੀਤੀ ਜਾਵੇ। ਇਹਨਾਂ ਨੇ ਹਮੇਸ਼ਾ ਉਜਾੜ ਹੀ ਕੀਤਾ ਤੇ ਹੁਣ ਵੀ ਉਜਾੜ ਹੀ ਕਰਨਗੇ। ਮੈਨੂੰ ਲੱਗਦਾ ਸਾਨੂੰ ਇਹੋ ਜੀ ਕੋਈ ਜਿਹੜਾ ਵਿਕਾਸ ਜਾਂ ਡਿਵੈਲਪਮੈਂਟ ਜਾਂ ਗਲੋਬਲਾਈਜੇਸ਼ਨ ਨੂੰ ਹਮੇਸ਼ਾ ਹੁਣ ਬਹੁਤ ਹੀ ਸਿੱਧੇ ਢੰਗ ਨਾਲ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ, ਕਿਉਂਕਿ ਸਾਨੂੰ ਇਤਿਹਾਸ 'ਚ ਉਦਾਹਰਨਾਂ ਮਿਲਦੀਆਂ ਵੀ ਇਸ ਗੱਲ ਨੇ ਕਿਸੇ ਨਾ ਕਿਸੇ ਢੰਗ ਨਾਲ ਸਾਡੇ ਤੇ ਬੁਰਾ ਅਸਰ ਹੀ ਕੀਤਾ, ਚਾਹੇ ਸਾਡੀ ਸਿਹਤ ਪੱਖੀ ਹੋਵੇ, ਚਾਹੇ ਸਾਡੇ ਕਿਸੇ ਵੀ ਢੰਗ ਨਾਲ ਵਾਤਾਵਰਨ ਨੂੰ ਵਿਗਾੜਨ ਦੀ ਗੱਲ ਹੋਵੇ। ਜੇ ਅਸੀਂ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਬਾਬਾ ਨਾਨਕ ਤਾਂ ਇਹ ਕਹਿ ਕੇ ਗਏ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਹੁਣ ਤੁਸੀਂ ਇਹ ਦੇਖੋ ਵੀ ਗੁਰੂ ਨਾਨਕ ਸਾਹਿਬ ਨੇ ਇਸ ਨੇਚਰ ਨੂੰ ਕਿੱਡਾ ਵੱਡਾ ਰੁਤਬਾ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਦੋਂ ਉੱਤੇ ਹੋਰ ਕੋਈ ਪੈਗੰਬਰ ਜਾਂ ਹੋਰ ਕਿਸੇ ਕੌਮ ਦਾ ਰਹਿਬਰ ਕੀ ਕਹਿ ਸਕਦਾ? ਤੇ ਸਾਡੀ ਇਹ ਸਮਝ 'ਚ ਨਹੀਂ ਆਉਂਦੀ ਸਾਡੀ ਨੇਚਰ ਨਾਲ ਜਿਹੜਾ ਰਿਸ਼ਤਾ, ਕੁਦਰਤ ਨਾਲ ਜਿਹੜਾ ਰਿਸ਼ਤਾ, ਉਹ ਕਿੱਡਾ ਜ਼ਿਆਦਾ ਸਵਾਰਥੀ ਤੇ ਕਿੱਡਾ ਜ਼ਿਆਦਾ ਤੁਸੀਂ ਇਹ ਕਹਿ ਲਓ ਵੀ ਨਿੱਜੀ ਹੋ ਚੁੱਕਿਆ ਹੈ। ਇੰਨਾ ਜ਼ਿਆਦਾ ਵੀ ਅਸੀਂ ਆਪਦੇ ਸਵਾਰਥ ਦੇਖਦੇ ਹਾਂ, ਆਪਦਾ ਲਾਲਚ ਦੇਖਦੇ ਹਾਂ ਤੇ ਇਹਨਾਂ ਹੁਕਮਰਾਨਾਂ ਨੂੰ ਅਸੀਂ ਉਹ ਸਭ ਕੁਝ ਕਰਨ ਦਿੰਨੇ ਆ ਜਿਹਨੇ ਆ ਕੇ ਸਾਡੇ ਤੇ ਕੋਈ ਮਾੜਾ ਪ੍ਰਭਾਵ ਹੀ ਪਾਉਣਾ। ਤਾਂ ਇਸ ਕਰਕੇ ਖੜੇ ਹੋ ਜਾਓ ਮਿੱਤਰੋ। ਜਦੋਂ ਤੱਕ ਇਹ ਮੈਂ ਤੁਹਾਨੂੰ ਗੱਲ ਦੱਸਦਾ, ਕੋਈ ਡੀਸੀ ਹੋਵੇ, ਕੋਈ ਐਸਐਸਪੀ ਹੋਵੇ, ਇਹ ਗੱਲ ਸਮਝ ਲਓ, ਕੋਈ ਆਈਏਐਸ ਆਫੀਸਰ, ਆਈਪੀਐਸ ਆਫੀਸਰ, ਉਹਨੇ ਪੰਜਾਬ ਦੇ ਹਿੱਤਾਂ ਬਾਰੇ ਕਦੇ ਨਹੀਂ ਸੋਚਣਾ। ਬਹੁਤ ਘੱਟ ਹੋਊਗਾ ਵੀ ਉਹ ਸੋਚਣਗੇ, ਕਿਉਂਕਿ ਉਹ ਸਾਰੇ ਸੈਂਟਰ ਤੋਂ ਚੱਲਦੇ ਆ ਤੇ ਸੈਂਟਰ ਵਾਲੇ ਢਾਂਚੇ 'ਚ ਉਹ ਪਹਿਲਾਂ ਹੀ ਆਪਦੀ ਟ੍ਰੇਨਿੰਗ ਦੇ ਦੌਰਾਨ ਉਹਦੇ 'ਚ ਉਤਰ ਕੇ ਆਏ ਹੁੰਦੇ ਆ। ਉਹਨਾਂ ਨੂੰ ਦੇਸ਼ ਭਗਤੀ ਜਾਂ ਦੇਸ਼, ਭਾਰਤ ਦੇਸ਼, ਕੌਮੀਅਤ ਹੀ ਇਹ ਜਿਹੜੀ ਸਿਰਜ ਰਹੇ ਆ, ਉਹਦਾ ਸਭ ਤੋਂ ਵੱਡਾ ਖਿਆਲ ਹੁੰਦਾ। ਇਸ ਕਰਕੇ ਸਾਡਾ ਅਫਸਰ ਜਾਂ ਸਾਡਾ ਨੇਤਾ ਉਹੀ ਆ ਜਿਹੜਾ ਪੰਜਾਬ ਬਾਰੇ ਸੋਚੂਗਾ, ਪੰਜਾਬ ਦੀ ਕੌਮ ਬਾਰੇ ਸੋਚੂਗਾ, ਸਾਡੇ ਲੋਕਾਂ ਬਾਰੇ ਸੋਚੂਗਾ, ਸਾਡੀ ਧਰਤੀ ਬਾਰੇ ਸੋਚੂਗਾ, ਸਾਡੇ ਉੱਥੋਂ ਦੇ ਪੌਣ ਪਾਣੀ ਬਾਰੇ ਸੋਚੂਗਾ। ਤਾਂ ਹੀ ਮੈਂ ਕਹਿੰਦਾ ਹੁੰਦਾ,
ਕੋਈ ਕਾਂਗਰਸ ਹੋਵੇ, ਕੋਈ ਬੀਜੇਪੀ ਹੋਵੇ ਜਾਂ ਅਕਾਲੀ ਹੋਣ ਜਾਂ ਕੋਈ ਵੀ ਹੋਵੇ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਤੁਸੀਂ ਕਹਿ ਲਓ ਵੀ ਉੱਤੇ ਜਿਹੜੇ ਇਹਨਾਂ ਦੀਆਂ ਸਟ੍ਰੇਨਸ ਆ ਨਾ, ਉਹ ਖਿੱਚਦੇ ਆ। ਦਿੱਲੀ 'ਚ ਜਿਹੜੀ ਸਰਕਾਰ ਆ ਉਹ ਬੈਠੇ ਖਿੱਚ ਲੈਂਦੀ ਆ ਤੇ ਇਹ ਉਵੇਂ ਹੀ ਇੱਥੇ ਖੇਡੀ ਜਾਂਦੇ ਆ। ਇਹਨਾਂ ਨੂੰ ਸਾਡੇ ਹਿੱਤਾਂ ਦਾ ਕੋਈ ਪਰਵਾਹ ਨਹੀਂ, ਕੋਈ ਇਹਨਾਂ ਨੂੰ ਸਾਡੇ ਹਿੱਤਾਂ ਬਾਰੇ ਖਿਆਲ ਨਹੀਂ। ਇਸ ਕਰਕੇ ਸਾਡੇ ਪੰਜਾਬ ਨੂੰ ਕੋਈ ਨਵਾਂ ਨੇਤਾ ਜਾਂ ਕੋਈ ਨਵਾਂ ਇਹੋ ਜਿਹਾ ਆਗੂ ਜਾਂ ਲੀਡਰ ਚਾਹੀਦਾ ਜਿਹੜਾ ਸਿਰਫ ਪੰਜਾਬ ਦੀ ਗੱਲ ਕਰੇ, ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ। ਉਹ ਦਿੱਲੀ ਤੋਂ ਕੰਟਰੋਲ ਨਾ ਹੁੰਦਾ ਹੋਵੇ, ਉਹ ਲੋਕਾਂ ਦੇ ਹਿੱਤਾਂ ਦੀ ਤੇ ਪੰਜਾਬ ਦੀ, ਪੰਜਾਬ ਦੇ ਕਿਸਾਨਾਂ ਦੀ, ਸਾਡੇ ਆਬੂ ਹਵਾ ਦੀ ਗੱਲ ਕਰੇ। ਤਾਂ ਉਹ ਨਾਰਾ ਪੰਜਾਬ ਨੂੰ ਬਹੁਤ ਜ਼ਰੂਰੀ ਆ, ਚਾਹੀਦਾ। ਇਹੀ ਹੱਲ ਆ। ਅਦਰਵਾਈਜ਼ ਜਿੰਨੀਆਂ ਮਰਜ਼ੀ ਵੋਟਾਂ ਤੁਸੀਂ ਅਕਾਲੀ ਦਲ ਨੂੰ ਪਾ ਲਓ, ਜਿੰਨੀਆਂ ਮਰਜ਼ੀ ਕਾਂਗਰਸ ਨੂੰ ਪਾ ਲਓ, ਜਿੰਨੀਆਂ ਮਰਜ਼ੀ ਹੋਰ ਕਿਸੇ ਇਹੋ ਜਿਹੀ ਪਾਰਟੀ ਨੂੰ ਪਾ ਲਓ ਜਿਹੜੀ ਨੈਸ਼ਨਲਿਸਟਿਕ ਅਪਰੋਚ ਰੱਖਦੀ ਆ, ਉਹਨੇ ਪੰਜਾਬ ਨੂੰ ਕਦੇ ਵੀ ਆਪਦੇ ਮੂਹਰੇ ਰੱਖ ਕੇ ਉਸ ਗੱਲ ਨੂੰ ਨਹੀਂ ਵਾਚਣਾ। ਉਹਨਾਂ ਨੇ ਸਿਰਫ ਹਮੇਸ਼ਾ ਉਹੀ ਦੇਖਣਾ ਵੀ ਦੇਸ਼ ਕੀ ਚਾਹੁੰਦਾ, ਕਿਉਂਕਿ ਜੋ ਦਿੱਲੀ ਚਾਹੁੰਦੀ ਆ ਤੁਸੀਂ ਉਹੀ ਉਗਾਉਣੇ ਹੋ, ਤੁਸੀਂ ਉਹੀ ਵੇਚਦੇ ਹੋ ਤੇ ਉਹ ਉਹੀ ਖਰੀਦਦੇ ਆ। ਆਪਦੀ ਕੋਈ ਰਵਾਇਤੀ ਫਸਲ ਤੁਹਾਡੀਆਂ ਗਾਇਬ ਕਰਤੀਆਂ ਉਹਨਾਂ ਨੇ। ਸੋ ਇਹ ਗੱਲਾਂ ਜਿਹੜੀਆਂ ਸਾਡੇ ਲਈ ਸਮਝਣ ਵਾਸਤੇ ਬਹੁਤ ਜ਼ਰੂਰੀ ਆ ਵੀ ਸਰਕਾਰਾਂ ਜੋ ਚਾਹੁੰਦੀਆਂ ਉਹ ਹੁੰਦਾ, ਕਿਉਂਕਿ ਅਸੀਂ ਜਾਗਰੂਕ ਨਹੀਂ ਹੁੰਦੇ। ਜੇ ਜਾਗਰੂਕ ਹੋ ਜਾਾਂਗੇ ਜਾਂ ਉਹੋ ਜਿਹੇ ਆਗੂ ਪੈਦਾ ਕਰ ਲਾਂਗੇ ਜਿਹੜੇ ਸਿਰਫ ਪੰਜਾਬ ਦੀ ਗੱਲ ਕਰਨ, ਤਾਂ ਮੇਰੇ ਖਿਆਲ 'ਚ ਸਾਡੇ ਪੰਜਾਬ ਦਾ ਜਿਹੜਾ ਸੁਧਾਰ ਅਸੀਂ ਹਰ ਬੰਦਾ ਆਪਦੇ ਅੰਦਰ ਵਸਾਈ ਬੈਠਾ, ਉਹ ਸਾਡੇ ਕੋਲੇ ਇੱਕ ਸੁਪਨਾ ਜਿਹੜਾ ਉਹਨੂੰ ਅਸੀਂ ਅਚੀਵ ਕਰਨ ਜੋਗੇ ਹੋ ਜਾਾਂਗੇ। ਸੋ ਮੇਰੀ ਇਹੀ ਅਰਦਾਸ ਆ ਸਾਰਿਆਂ ਨੂੰ ਵੀ ਅਸੀਂ ਜਾਗਰੂਕ ਇਨਸਾਨ ਦੀ ਤਰ੍ਹਾਂ ਜਿਉਈਏ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਸਮਝੀਏ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ।